ਕਿ ਜੇਕਰ ਇੰਨੇ ਲੰਬੇ ਵਰਤਾਰਿਆਂ ਜਾਂ ਫਿਰ ਇੰਨੀ ਵੱਡੀ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘਣ ਤੋਂ ਬਾਅਦ ਦੋਸ਼ੀ ਨੂੰ ਸਜ਼ਾ ਨਹੀਂ ਮਿਲਣੀ ਬਲਕਿ ਉਸ ਨੂੰ ਬਰੀ ਕੀਤਾ ਜਾਣਾ ਹੈ ਤੇ ਫਿਰ ਉਸ ਨੂੰ ਆਪਣੇ ਹੱਥੀਂ ਹੀ ਸਜ਼ਾ ਦੇਣੀ ਆ, ਤਾਂ ਫਿਰ ਕਿਉਂ ਨਾ ਮੌਕੇ ਦੇ ਉੱਪਰ ਦੇ ਦਿੱਤੀ ਜਾਵੇ। ਕਿ ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਕੋਈ ਦੋਸ਼ੀ ਸਿੱਧ ਵੀ ਹੋ ਜਾਵੇ ਕਿ ਇਸ ਨੇ ਇਹ ਕੁਕਰਮ ਕੀਤਾ ਹੈ, ਤਾਂ ਕੀ ਭਾਰਤੀ ਕਾਨੂੰਨ ਪ੍ਰਣਾਲੀ ਦੇ ਵਿੱਚ ਉਸ ਨੂੰ ਕੋਈ ਇਹੋ ਜਿਹੀ ਸਜ਼ਾ ਦਿੱਤੀ ਗਈ ਹੈ ਜਿਹੜੀ ਆਮ ਲੋਕਾਂ ਦੇ ਵਾਸਤੇ ਇੱਕ ਇਬਰਤ ਬਣ ਕੇ ਰਹਿ ਜਾਵੇ ਕਿ ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀ ਬੇਅਦਬੀ ਕਰਨ ਦਾ ਯਤਨ ਕਰਾਂਗੇ ਜਾਂ ਬੇਅਦਬੀ ਕਰਾਂਗੇ ਤਾਂ ਫਿਰ ਉਸ ਦੇ ਨਾਲ ਅਜਿਹਾ ਹਾਲ ਹੋਵੇਗਾ। ਜਿਹੜੀ ਵੀ ਧਿਰ ਰਾਜ ਸੱਤਾ ਦੇ ਉੱਪਰ ਖਾਸ ਕਰਕੇ ਸੂਬੇ ਦੀ ਰਾਜ ਸੱਤਾ ਦੇ ਉੱਪਰ ਕਾਬਜ ਹੋਣ ਦੀ ਲਾਲਸਾ ਦੇ ਵਿੱਚ ਜਾਂ ਯਤਨ ਦੇ ਵਿੱਚ ਰਹੀ, ਉਹਨਾਂ ਦੇ ਕੋਲ ਪਿਛਲੇ 7 ਸਾਲਾਂ ਤੋਂ 15 ਤੋਂ ਲੈ ਕੇ ਹੁਣ 22 ਆ ਗਿਆ, 7 ਸਾਲਾਂ ਤੋਂ ਹਰ ਧਿਰ ਦੇ ਕੋਲ ਇੱਕ ਹੀ ਮੁੱਦਾ ਰਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜ਼ਰੂਰ ਲੈ ਕੇ ਜਾਵਾਂਗੇ। ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀਓ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ ਸਾਰੇ ਹੀ ਅਸੀਂ ਭਲੀ ਭਾਂਤ ਜਾਣਦੇ ਹਾਂ, ਚਾਹੇ ਪ੍ਰਿੰਟ ਮੀਡੀਆ ਦੇ ਨਾਲ ਚਾਹੇ ਸੋਸ਼ਲ ਮੀਡੀਆ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜੇ ਹੋਏ ਹਾਂ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਯਤਨ ਕੀਤਾ ਗਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆ ਦਾ ਇੱਕ ਐਸਾ ਮੁਕੱਦਸ ਅਸਥਾਨ ਜਿੱਥੇ ਬਿਨਾਂ ਕਿਸੇ ਜਾਤੀ ਭੇਦ ਭਾਵ ਵਰਨ ਨਸਲ ਵਿਤਕਰੇ ਕਿਸੇ ਤਰ੍ਹਾਂ ਦੇ ਵੀ ਕਿਸੇ ਕਹਿ ਸਕਦੇ ਹੋ ਕਿ ਵਰਨ ਵੰਡ ਤੋਂ ਲੈ ਕੇ ਜਾਤ ਤੱਕ ਕਿਸੇ ਵੀ ਵਿਤਕਰੇ ਤੋਂ ਬਿਨਾਂ ਹਰ ਮਨੁੱਖ ਦਾ ਉੱਥੇ ਮਾਣ ਸਤਿਕਾਰ ਕੀਤਾ ਜਾਂਦਾ ਹੈ। ਸੰਗਤ ਤੇ ਪੰਗਤ ਦੇ ਵਿੱਚ ਬਹਿ ਕੇ ਲੋਕ ਉੱਥੇ ਜਿੱਥੇ ਲੰਗਰ ਛਕਦੇ ਨੇ ਉੱਥੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਕੀਰਤਨ ਵੀ ਸਰਵਣ ਕਰਦੇ ਨੇ। ਜਦੋਂ ਉਪਦੇਸ਼ ਚੌਹ ਵਰਨਾ ਕੋ ਸਾਂਝਾ ਦੀ ਗੱਲ ਆਉਂਦੀ ਹੈ ਤਾਂ ਸ਼ਾਇਦ ਦੁਨੀਆ ਦਾ ਕੇਵਲ ਤੇ ਕੇਵਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਐਸਾ ਮੁਕੱਦਸ ਸਥਾਨ ਹੈ ਜਿਸ ਦੇ 4 ਦਰਵਾਜ਼ੇ ਨੇ ਔਰ ਚੌਹਾਂ ਹੀ ਵਰਨਾਂ ਦੇ ਲੋਕਾਂ ਨੂੰ ਜਾਂ ਚੌਹਾਂ ਹੀ ਜਾਤੀਆਂ ਚੌਹਾਂ ਧਰਮਾਂ ਦੇ ਲੋਕਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਆਦਰ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਬੇਸ਼ੱਕ ਦੁਨੀਆ ਦੇ ਵਿੱਚ ਬਹੁਤ ਸਾਰੇ ਐਸੇ ਧਰਮ ਸਥਾਨ ਵੀ ਨੇ ਜਿਹੜੇ ਕੇਵਲ ਤੇ ਕੇਵਲ ਕਿਸੇ ਇੱਕ ਜਾਤ ਜਾਂ ਇੱਕ ਵਰਨ ਜਾਂ ਇੱਕ ਸ਼੍ਰੇਣੀ ਵਾਸਤੇ ਰਾਖਵੇਂ ਨੇ, ਪਰ ਦਰਬਾਰ ਸਾਹਿਬ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ। ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਕਰਨ ਦੀ ਕੋਸ਼ਿਸ਼ ਮੇਰੇ ਖਿਆਲ ਦੇ ਨਾਲ ਇਤਿਹਾਸ ਦੀ ਇਸ ਸਦੀ ਦੇ ਵਿੱਚ ਇੱਕ ਅਹਿਮ ਹਮਲਾ ਹੈ ਔਰ ਇਸ ਨੂੰ ਕਿਸੇ ਵੀ ਰੂਪ ਦੇ ਵਿੱਚ ਬੇਸ਼ੱਕ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਕਰਨ ਦੀ ਮਾਨਸਿਕਤਾ ਦੇ ਨਾਲ ਜਿਹੜਾ ਸ਼ਖਸ ਸ੍ਰੀ ਪਵਿੱਤਰ ਦਰਬਾਰ ਸਾਹਿਬ ਦੀ ਇਮਾਰਤ ਦੇ ਅੰਦਰ ਦਾਖਲ ਹੋਇਆ ਸੀ, ਬੇਸ਼ੱਕ ਉਸ ਨੂੰ ਸੰਗਤਾਂ ਦੇ ਵੱਲੋਂ ਕਹਿ ਸਕਦੇ ਹੋ ਕਿ ਰੋਹ ਵਿੱਚ ਆ ਕੇ ਸੋਧ ਦਿੱਤਾ ਗਿਆ, ਪਰ ਇਸ ਦਾ ਬਹੁ ਦਿਸ਼ਾਵੀ ਚਿੰਤਨ ਕਰਨ ਦੀ ਜ਼ਰੂਰਤ ਜ਼ਰੂਰ ਹੈ ਕਿਉਂਕਿ ਕੇਵਲ ਤੇ ਕੇਵਲ ਫਿਲਹਾਲ ਅਜੇ ਤੱਕ ਤਾਂ ਸਾਨੂੰ ਲੱਗ ਰਿਹਾ ਹੈ ਕਿ ਇਹ ਇੱਕ ਮਸਲੇ ਦਾ ਹੱਲ ਹੈ, ਪਰ ਇੱਕ ਅਹਿਮ ਸਵਾਲ ਜਿਹੜਾ ਕਈ ਵਾਰ ਸੋਸ਼ਲ ਮੀਡੀਆ ਦੇ ਉੱਪਰ ਜਾਂ ਹੋਰ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਸਿੱਖ ਧਰਮ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਸਵਾਲ ਚੁੱਕ ਦਿੱਤਾ ਜਾਂਦਾ ਹੈ, ਪੁੱਛਗਿੱਛ ਕਿਉਂ ਨਹੀਂ ਕੀਤੀ ਗਈ। ਦਰਅਸਲ ਪਿਛਲੇ ਸਮੇਂ ਦੇ ਵਿੱਚ ਜਿਹੜੇ ਵਰਤਾਰੇ ਵਾਪਰੇ ਨੇ, ਕੀ ਕਦੀ ਉਹਨਾਂ ਦਾ ਅਧਿਐਨ ਕਰਨ ਦਾ ਅਸੀਂ ਯਤਨ ਕੀਤਾ ਹੈ ਕਿ ਜਿਹੜੇ ਸਰਕਾਰਾਂ ਦੀ ਕਹਿ ਸਕਦੇ ਹੋ ਕਿ ਸਾਹਮਣੇ ਸਨ ਜਾਂ ਜਿਹੜੇ ਵਰਤਾਰਿਆਂ ਦੇ ਵਿੱਚ ਸਰਕਾਰਾਂ ਦੀ ਐਡਮਿਨਿਸਟ੍ਰੇਸ਼ਨ ਦੀ ਪੁਲਿਸ ਦੀ ਸਟੇਟ ਏਜੰਸੀਜ਼ ਦੀ ਸਿੱਧੇ ਰੂਪ ਦੇ ਵਿੱਚ ਸ਼ਮੂਲੀਅਤ ਵੀ ਸੀ, ਕਿ ਉਹਨਾਂ ਵਾਪਰੇ ਹੋਏ ਵਰਤਾਰਿਆਂ ਦੇ ਇਨਸਾਫ ਜਿਹੜੇ ਨੇ ਸਿੱਖ ਕੌਮ ਨੂੰ ਮਿਲ ਗਏ ਨੇ, ਜਾਂ ਫਿਰ ਦੂਜੇ ਰੂਪ ਦੇ ਵਿੱਚ ਕਹਿ ਲਿਆ ਜਾਵੇ ਕਿ ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਕੋਈ ਦੋਸ਼ੀ ਸਿੱਧ ਵੀ ਹੋ ਜਾਵੇ ਕਿ ਇਸ ਨੇ ਇਹ ਕੁਕਰਮ ਕੀਤਾ ਹੈ, ਤਾਂ ਕੀ ਭਾਰਤੀ ਕਾਨੂੰਨ ਪ੍ਰਣਾਲੀ ਦੇ ਵਿੱਚ ਉਸ ਨੂੰ ਕੋਈ ਇਹੋ ਜਿਹੀ ਸਜ਼ਾ ਦਿੱਤੀ ਗਈ ਹੈ ਜਿਹੜੀ ਆਮ ਲੋਕਾਂ ਦੇ ਵਾਸਤੇ ਇੱਕ ਇਬਰਤ ਬਣ ਕੇ ਰਹਿ ਜਾਵੇ ਕਿ ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀ ਬੇਅਦਬੀ ਕਰਨ ਦਾ ਯਤਨ ਕਰਾਂਗੇ ਜਾਂ ਬੇਅਦਬੀ ਕਰਾਂਗੇ ਤਾਂ ਫਿਰ ਉਸ ਦੇ ਨਾਲ ਅਜਿਹਾ ਹਾਲ ਹੋਵੇਗਾ। ਦਰਅਸਲ ਜਦੋਂ ਅਸੀਂ ਕਿਤੇ ਨਾ ਕਿਤੇ ਸਟੇਟ ਦੀਆਂ ਜਾਂ ਸੈਂਟਰ ਦੀਆਂ ਪਾਲਿਸੀਜ਼ ਨੂੰ ਵੇਖਦੇ ਹਾਂ ਤਾਂ ਮੈਂ ਅਕਸਰ ਵੇਖਦਾ ਕਿ ਚਾਹੇ ਨਰਕਧਾਰੀ ਕਾਂਡ ਹੋਵੇ, ਉਸ ਸਮੇਂ ਦੇ ਵਿੱਚ ਵੀ ਸਿੱਖਾਂ ਦੀ ਅਜ਼ਮਤ ਨੂੰ ਸਿੱਖਾਂ ਦੀ ਗੈਰਤ ਨੂੰ ਉਸ ਵੇਲੇ ਦੇ ਨਰਕਧਾਰੀ ਬਾਬੇ ਗੁਰਬਚਨੇ ਦੇ ਵੱਲੋਂ ਵੰਗਾਰਿਆ ਗਿਆ ਸੀ। ਉਹ ਵੰਗਾਰ ਕੇਵਲ ਇੱਥੋਂ ਤੱਕ ਹੀ ਸੀਮਤ ਨਹੀਂ ਸੀ ਕਿ ਉਸ ਨੇ ਜਿੱਥੇ ਆਪ ਪਾਲਕੀ ਲਗਾ ਕੇ ਬੈਠਣਾ ਸ਼ੁਰੂ ਕਰ ਦਿੱਤਾ, ਉਹਦੇ ਨਾਲ ਨਾਲ
ਪੰਜ ਪਿਆਰਿਆਂ ਦੀ ਬਰਾਬਰੀ ਦੇ ਉੱਪਰ ਉਸਨੇ 7 ਸਿਤਾਰੇ ਸਾਜਣ ਦੀ ਗੱਲ ਕੀਤੀ। ਗੁਰੂ ਘਰ ਦੇ ਜਿਹੜੇ ਮਹਾਨ ਗੁਰਸਿੱਖ ਸਨ, ਉਹ ਚਾਹੇ ਬਾਬਾ ਬੁੱਢਾ ਜੀ ਸਨ, ਚਾਹੇ ਭਾਈ ਗੁਰਦਾਸ ਜੀ ਸਨ, ਉਹਨਾਂ ਦੇ ਨਾਵਾਂ ਵਾਲੇ ਨਾਮ ਜਿਹੜੇ ਸੀ ਜਾਣ ਬੁੱਝ ਕੇ ਆਪਣੇ ਚੇਲਿਆਂ ਦੇ ਨਾਮ ਰੱਖੇ ਤੇ ਉਹਨਾਂ ਨੂੰ ਉਹਨਾਂ ਨਾਵਾਂ ਦੇ ਨਾਲ ਸੰਬੋਧਿਤ ਕੀਤਾ ਜਾਣ ਲੱਗਾ। ਇਹਦੇ ਤੋਂ ਇਲਾਵਾ ਜਿਹੜਾ ਅਵਤਾਰ ਬਾਣੀ ਨਾਂ ਦਾ ਗ੍ਰੰਥ ਜਿਹੜਾ ਉਹਦੇ ਵੱਲੋਂ ਛੋਟਾ ਜਿਹਾ ਕਿਤਾਬਚਾ ਜਿਸ ਨੂੰ ਕਿਹਾ ਜਾ ਸਕਦਾ ਹੈ, ਉਹ ਜਿਹੜਾ ਰਚਿਆ ਗਿਆ, ਉਹਦੇ ਵਿੱਚ ਵੀ ਕੁਝ ਐਸਲੀ ਸ਼ਬਦਾਵਲੀ ਵਰਤੀ ਗਈ ਜਿਹਦੇ ਵਿੱਚ ਸਿੱਧੇ ਰੂਪ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਤੇ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਦੇ ਉੱਪਰ ਕਿੰਤੂ ਕੀਤਾ ਗਿਆ। ਸੋ ਬੇਸ਼ੱਕ ਅੰਮ੍ਰਿਤਸਰ ਦੇ ਵਿੱਚ 1978 ਦੀ ਵਿਸਾਖੀ ਦੇ ਸਮੇਂ ਜਿਸ ਤਰ੍ਹਾਂ ਦਾ ਕਤਲੇਆਮ ਇਹਨਾਂ ਨਰਕਧਾਰੀਆਂ ਦੇ ਵੱਲੋਂ ਸਰਕਾਰ ਦੀ ਸ਼ਹਿਰ ਦੇ ਉੱਪਰ ਕੀਤਾ ਗਿਆ, ਔਰ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਇਸ ਸਾਰੇ ਘਟਨਾਕ੍ਰਮ ਦਾ ਇਨਸਾਫ ਤੇ ਸਿੱਖਾਂ ਨੂੰ ਕੀ ਦੇਣਾ ਸੀ, ਉਹਦੇ ਕਹਿ ਸਕਦੇ ਹੋ ਕਿ ਉਲਟ ਸਿੱਖਾਂ ਨੂੰ ਹੀ ਜੇਲ੍ਹਾਂ ਦੇ ਵਿੱਚ ਸਿੱਖਾਂ ਨੂੰ ਹੀ ਸਜ਼ਾਵਾਂ ਦਿੱਤੀਆਂ ਗਈਆਂ। ਫਿਰ ਉਸ ਵਰਤਾਰੇ ਤੋਂ ਬਾਅਦ ਜਦੋਂ ਨਿਰੰਕਾਰੀ ਦਾ ਕਹਿ ਸਕਦੇ ਹੋ ਕਿ ਸੌਦਾ ਲਗਾ ਦਿੱਤਾ ਗਿਆ, ਤਾਂ ਉਸ ਕਤਲकांड ਤੋਂ ਬਾਅਦ ਸਿੱਖਾਂ ਨੂੰ ਤਕਰੀਬਨ ਕਿਤੇ ਨਾ ਕਿਤੇ ਇਸ ਗੱਲ ਦਾ ਕਹਿ ਸਕਦੇ ਹੋ ਅੰਸ਼ ਜ਼ਰੂਰ ਮਹਿਸੂਸ ਹੋਇਆ ਕਿ ਇਸ ਹਕੂਮਤ ਦੇ ਬਣਾਏ ਹੋਏ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੇਕਰ ਕੋਈ ਸਿੱਖਾਂ ਦੇ ਧਰਮ ਸਥਾਨ, ਗੁਰਮਤਿ ਵਿਚਾਰਧਾਰਾ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਇਨਸਾਫ ਜਿਹੜਾ ਸਿੱਖਾਂ ਨੂੰ ਕਦੀ ਵੀ ਨਹੀਂ ਮਿਲ ਸਕਦਾ। ਉਸ ਤੋਂ ਬਾਅਦ ਵਾਲੇ ਵਰਤਾਰਿਆਂ ਦੀ ਵੀ ਗੱਲ ਕਰੀਏ ਤਾਂ ਬੇਸ਼ੱਕ ਇੱਕ ਪਿਆਰਾ ਸਿੰਘ ਪਨਿਆਰਾ ਨਾਮ ਦੇ ਵਿਅਕਤੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ। ਉਸ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਬਰਾਬਰ ਇੱਕ ਭਾਵ ਸਾਗਰ ਸਮੁੰਦਰ ਗ੍ਰੰਥ ਨਾਮਕ ਇੱਕ ਵੱਡਾ ਜਿਹਾ ਗ੍ਰੰਥ ਵੀ ਰਚ ਦਿੱਤਾ। ਔਰ ਬਹੁਤ ਸਾਰੇ, ਜੇ ਮੈਂ ਬਹੁਤ ਸਾਰੇ ਨਾਂ ਕਵਾਂ ਤੇ ਮੈਂ ਕਹਿ ਸਕਦਾ ਕਿ ਪੰਜਾਬ ਦੀਆਂ ਜਿੰਨੀਆਂ ਵੀ ਰਾਜਨੀਤਿਕ ਧਿਰਾਂ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੀ ਹਾਜ਼ਰੀ ਜ਼ਰੂਰ ਭਰੀ। ਉਹ ਚਾਹੇ ਕਾਂਗਰਸੀ ਲੀਡਰ ਸਨ, ਚਾਹੇ ਭਾਜਪਾ ਦੇ ਲੀਡਰ ਸਨ, ਚਾਹੇ ਗਊ ਰੱਖਿਆ ਸੰਮਤੀਆਂ ਸਨ ਤੇ ਚਾਹੇ ਸਾਡੀਆਂ ਪੰਥਕ ਜਥੇਬੰਦੀਆਂ ਨਾਲ ਸੰਬੰਧਿਤ ਕੁਝ ਨੁਮਾਇੰਦੇ ਸਨ। ਉਸ ਤੋਂ ਬਾਅਦ ਆਸ਼ੂਤੋਸ਼ ਨੂਰਮਹਿਲੀਏ ਦੇ ਵੱਲੋਂ ਜਾਂ ਉਸ ਦੇ ਚੇਲੇ ਸ਼ਰਧਾ ਨੰਦ ਦੇ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਰੇ ਜਿਵੇਂ ਦੇ ਸ਼ਬਦ ਵਰਤੇ ਗਏ ਤੇ ਜਿਸ ਤਰ੍ਹਾਂ ਦੇ ਨਾਲ ਸਿੱਖਾਂ ਦੀਆਂ ਵਿਚਾਰਧਾਰਾਂ ਦੇ ਤੋੜ ਮਰੋੜ ਕਰਕੇ ਤੱਥ ਪੇਸ਼ ਕੀਤੇ ਗਏ ਔਰ ਸਿੱਖਾਂ ਨੂੰ ਵੰਗਾਰਿਆ ਗਿਆ, ਉਹ ਵੀ ਸਿੱਖਾਂ ਦੇ ਸਾਹਮਣੇ ਇੱਕ ਵੱਖਰੀ ਲਲਕਾਰ ਸੀ। ਉਸ ਤੋਂ ਬਾਅਦ ਲਗਾਤਾਰ ਇਹ ਜਿੰਨੇ ਵੀ ਵਰਤਾਰੇ ਵਾਪਰਦੇ ਨੇ, ਚਾਹੇ ਉਸ ਤੋਂ ਬਾਅਦ ਝੂਠਾ ਸੌਦਾ ਵਾਲੇ ਦੀ ਗੱਲ ਆ ਜਾਂਦੀ ਹੈ, ਤਾਂ ਇਹਨਾਂ ਸਾਰਿਆਂ ਵਰਤਾਰਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਸਰਕਾਰ ਦੀ, ਸਟੇਟ ਦੀ, ਪ੍ਰਸ਼ਾਸਨ ਦੀ, ਪੁਲਿਸ ਦੀ ਤੇ ਸਰਕਾਰੀ ਏਜੰਸੀਆਂ ਦੀ ਸ਼ਮੂਲੀਅਤ ਹੁੰਦੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਸਿੱਖਾਂ ਦੇ ਮਨ ਦੇ ਵਿੱਚ ਇਹ ਵਿਸ਼ਵਾਸ ਜਿਹੜਾ ਹੈ ਜਾਂ ਇਹ ਧਾਰਨਾ ਪੱਕੀ ਹੁੰਦੀ ਜਾ ਰਹੀ ਹੈ ਕਿ ਜਿਹੜਾ ਵੀ ਸਿੱਖਾਂ ਦੇ ਇਸ਼ਟ ਦੀ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੇਅਦਬੀ ਕਰਦਾ ਹੈ, ਸਰਕਾਰ ਦੇ ਵੱਲੋਂ ਨਾ ਤਾਂ ਉਸ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਨਾ ਕਾਨੂੰਨ ਦੇ ਵਿੱਚ ਹੀ ਅਜਿਹਾ ਕੋਈ ਵਿਧਾਨ ਹੈ ਕਿ ਜਿਹਦੇ ਵਿੱਚ ਆਉਣ ਵਾਲੇ ਲੋਕਾਂ ਦੇ ਵਾਸਤੇ ਇੱਕ ਮਿਸਾਲ ਪੈਦਾ ਹੋ ਸਕੇ ਕਿ ਜੇਕਰ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਦਾ ਯਤਨ ਕੀਤਾ ਤਾਂ ਉਸ ਨੂੰ ਜਿਹੜੀ ਸੀ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਗਈ। ਹੁੰਦਾ ਕੀ ਹੈ ਇਹਨਾਂ ਵਰਤਾਰਿਆਂ ਦੇ ਵਿੱਚ ਕਿ ਜੇਕਰ ਮੌਕੇ ਦੇ ਉੱਪਰ ਜਿਹੜਾ ਕੋਈ ਦੋਸ਼ੀ ਹੈ ਉਸ ਨੂੰ ਫੜ ਵੀ ਲਿਆ ਜਾਵੇ ਜਾਂ ਗ੍ਰਿਫਤਾਰ ਵੀ ਕੀਤਾ ਜਾ ਸਕੇ, ਜਦੋਂ ਉਸ ਨੂੰ ਫੜ ਲਿਆ ਜਾਂਦਾ ਹੈ, ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਅਦਾਲਤਾਂ ਦੇ ਵਿੱਚ ਪੇਸ਼ੀਆਂ, ਉਸ ਤੋਂ ਬਾਅਦ ਤਰੀਕਾਂ ਪੈਂਦੀਆਂ ਨੇ, ਫਿਰ ਕਿਤੇ ਜਾ ਕੇ ਉਸ ਨੂੰ ਕਿਸੇ ਧਰਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ 295 ਏ ਦੇ ਅਧੀਨ ਜਿਹੜਾ ਜੇਕਰ ਸਜ਼ਾ ਵੀ ਸੁਣਾਈ ਜਾਂਦੀ ਹੈ ਬਹੁਤ ਥੋੜੀ ਹੁੰਦੀ ਹੈ। ਔਰ ਉਹਦੇ ਵਿੱਚ ਕਹਿ ਸਕਦੇ ਹੋ ਕਿ ਇੱਕ ਲੰਬੇ ਬਹੁਤ ਸਾਰੇ ਇੱਕ ਕਹਿ ਸਕਦੇ ਹੋ ਕਿ ਇੱਕ ਪ੍ਰੋਸੈਸ ਦੇ ਵਿੱਚ ਜਾਂ ਇੱਕ ਲੰਬੀ ਕੜੀ ਦੇ ਵਿੱਚ ਚੱਲਦਿਆਂ ਬਹੁਤ ਸਾਰੇ ਗਵਾਹਾਂ ਦੀ ਘਾਟ ਜਾਂ ਹੋਰ ਕਈ ਵਰਤਾਰੇ ਐਸੇ ਆ ਜਾਂਦੇ ਨੇ ਕਿ ਉਹ ਜਿਹੜੇ ਦੋਸ਼ੀ ਹੁੰਦੇ ਨੇ ਜਾਂ ਤਾਂ ਬਹੁਤ ਜਲਦੀ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਤੇ ਜਾਂ ਫਿਰ ਉਹ ਜ਼ਮਾਨਤ ਦੇ ਉੱਪਰ ਆ ਜਾਂਦੇ ਨੇ। ਜਦੋਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਜਿਹੇ ਵਰਤਾਰੇ ਤੋਂ ਜ਼ਮਾਨਤ ਤੋਂ ਬਾਹਰ ਆ ਜਾਂਦੇ ਨੇ ਜਾਂ ਫਿਰ ਉਹ ਕਹਿ ਸਕਦੇ ਹੋ ਕਿ ਸਜ਼ਾ ਜਾਫਤਾ ਨਹੀਂ ਹੁੰਦੇ ਬਲਕਿ ਉਸ ਤੋਂ ਪਹਿਲਾਂ ਹੀ ਉਹ ਬਾਇੱਜ਼ਤ ਬਰੀ ਕਰ ਦਿੱਤੇ ਜਾਂਦੇ ਨੇ, ਤੇ ਜਦੋਂ ਸਿੱਖ ਨੌਜਵਾਨੀ ਉਹਨਾਂ ਵੱਲ ਵੇਖਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਜਜ਼ਬਾਤ ਉਹ ਭੜਕਦੇ ਨੇ। ਔਰ ਬਹੁਤ ਸਾਰੇ ਐਸੇ ਵਰਤਾਰੇ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਵੇਖਿਓ। ਸੋ ਬੇਸ਼ੱਕ ਸੰਗਠਿਤ ਰੂਪ ਦੇ ਵਿੱਚ ਸਿੱਖਾਂ ਦੀ ਕੋਈ ਸੰਸਥਾ ਜਿਹੜੀ ਹੈ ਇਸ ਪੱਖ ਤੋਂ ਸਾਹਮਣੇ ਨਹੀਂ ਆਉਂਦੀ, ਪਰ ਵਿਅਕਤੀਗਤ ਤੌਰ ਦੇ ਉੱਪਰ ਜਦੋਂ ਸਿੱਖ ਨੌਜਵਾਨਾਂ ਦੇ ਜਿਹੜੇ ਜਜ਼ਬਾਤ ਨੇ ਉਹ ਹਾਵੀ ਹੋ ਜਾਂਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਲੈਣ ਦਾ ਜ਼ਿੰਮਾ ਆਪਣੇ ਜ਼ਿੰਮੇ ਲੈ ਲੈਂਦੇ ਨੇ। ਭਾਵ ਕਿ ਕਿਤੇ ਨਾ ਕਿਤੇ ਜਿਹੜੇ ਬੇਅਦਬੀ ਕਰਨ ਵਾਲੇ ਹੁੰਦੇ ਨੇ ਉਹ ਚਾਹੇ
ਇੱਕ ਬੇਅਦਬੀ ਕਰਨ ਵਾਲੇ ਪਹਿਲਾਂ ਵੀ ਪ੍ਰਵਾਸੀ ਮਜ਼ਦੂਰ ਨੂੰ ਜੇਲ੍ਹ ਦੇ ਵਿੱਚ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਸੀ। ਉਸ ਤੋਂ ਬਾਅਦ ਇੱਕ ਬੀਬੀ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ, ਜਾਂ ਰਾਜਸਥਾਨ ਦੇ ਵਿੱਚ ਇੱਕ ਸਾਧ ਜਿਹੜਾ ਸੀ ਉਸ ਨੂੰ ਸੋਧਿਆ ਗਿਆ। ਸੋ ਜਿੰਨੇ ਵੀ ਫਿਰ ਇਵੇਂ ਦੇ ਵਰਤਾਰੇ ਵਾਪਰਦੇ ਨੇ ਉਹਨਾਂ ਦੇ ਪਿੱਛੇ ਕਾਰਨ ਇਹ ਹੁੰਦਾ ਹੈ ਕਿ ਵਿਅਕਤੀਗਤ ਤੌਰ ਦੇ ਉੱਪਰ ਜਦੋਂ ਸਿੱਖ ਨੌਜਵਾਨੀ ਦੇ ਜਜ਼ਬਾਤ ਜਿਹੜੇ ਨੇ ਉਹ ਕਾਬੂ ਦੇ ਵਿੱਚ ਨਹੀਂ ਰਹਿੰਦੇ, ਪਰ ਉਹਦੇ ਪਿੱਛੇ ਕਾਰਨ ਕੀ ਹੁੰਦਾ ਹੈ, ਕਦੀ ਅਸੀਂ ਉਹਨਾਂ ਨੂੰ ਸਮਝਣ ਦਾ ਯਤਨ ਕੀਤਾ ਹੈ? ਕਿ ਕਾਰਨ ਤਾਂ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਇਹ ਸਟੇਟ ਪਾਲਿਸੀ ਦਾ ਇੱਕ ਬਹੁਤ ਵੱਡਾ ਫੇਲਰ ਹੈ, ਇੱਕ ਬਹੁਤ ਵੱਡਾ ਕਹਿ ਸਕਦੇ ਹੋ ਕਿ ਅਸਫਲ ਅੰਸ਼ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਯੋਗ ਸਜ਼ਾ ਨਹੀਂ ਦਿੱਤੀ ਜਾਂਦੀ। ਤਾਂ ਫਿਰ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਜਦੋਂ ਬਾਰ-ਬਾਰ ਇਵੇਂ ਦੇ ਵਰਤਾਰੇ ਵਾਪਰਦੇ ਨੇ ਤੇ ਫਿਰ ਕਾਨੂੰਨ ਜਿਹੜਾ ਉਹ ਆਪਣੇ ਹੱਥ ਦੇ ਵਿੱਚ ਲੈਣਾ ਪੈਂਦਾ। ਹੁਣ ਜੇਕਰ ਤੁਸੀਂ ਇਸ ਨੂੰ ਇੱਕ ਹੋਰ ਨਜ਼ਰੀਏ ਤੋਂ ਵੇਖੋ ਤਾਂ 2015 ਤੋਂ ਬਾਅਦ ਜਿੰਨੀਆਂ ਵੀ ਬੇਅਦਬੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਨੇ ਉਹਦੇ ਵਿੱਚ ਇੱਕ ਡੇਰੇਦਾਰ ਦਾ, ਜਿਹਨੂੰ ਝੂਠਾ ਸੌਦੇ ਵਾਲਾ ਸਾਧ ਕਹਿੰਦੇ ਅਸੀਂ, ਉਹਦਾ ਨਾਮ ਸਿੱਧੇ ਤੌਰ ਤੇ ਉਹਨਾਂ ਬੇਅਦਬੀਆਂ ਦੇ ਵਿੱਚ ਆਉਂਦਾ ਹੈ, ਪਰ ਸਟੇਟ ਪ੍ਰਸ਼ਾਸਨ, ਏਜੰਸੀਜ਼, ਪੁਲਿਸ, ਮੁਕੱਦਮ ਜੋ ਵੀ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਸਾਰੇ ਵਰਤਾਰੇ ਦੀ ਜਾਂਚ ਕਰਨ ਦੇ ਵਿੱਚ, ਪੁਣਛਾਣ ਕਰਨ ਦੇ ਵਿੱਚ, ਤਫਤੀਸ਼ ਕਰਨ ਦੇ ਵਿੱਚ ਤੇ ਅਸਲ ਦੇ ਵਿੱਚ ਕਾਰਨ ਕੀ ਸਨ ਉਹਨਾਂ ਸਾਰਿਆਂ ਕਾਰਨਾਂ ਦੀ ਘੋਖ ਕਰਕੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੇ ਵਿੱਚ ਨਾਕਾਮ ਰਹੇ। ਔਰ ਕਈ ਵਾਰੀ ਤਾਂ ਇੰਜ ਹੁੰਦਾ ਜਿਸ ਤਰ੍ਹਾਂ ਪਿਛਲੇ ਇੰਜ ਵਾਪਰਿਆ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਤਾਂ ਕੀ ਦੇਣੀ ਸੀ, ਇਹ ਫੇਲਰ ਇਸ ਤਰ੍ਹਾਂ ਦਾ ਹੁੰਦਾ ਕਿ ਜਿਹੜੀ ਪੀੜਤ ਧਿਰ ਹੁੰਦੀ ਹੈ ਉਸ ਨੂੰ ਹੀ ਦੋਸ਼ੀ ਗਰਦਾਨ ਦਿੱਤਾ ਜਾਂਦਾ ਹੈ। ਔਰ ਇਹ ਵੀ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਕਿਸੇ ਤਰ੍ਹਾਂ ਦਾ ਕੋਈ ਅਤ ਕਥਨੀ ਨਹੀਂ ਹੈ ਕਿ ਪਿਛਲੇ 2015 ਤੋਂ ਲੈ ਕੇ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦਾ ਆਧਾਰ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਰਿਹਾ। ਇਸ ਤੋਂ ਪਹਿਲਾਂ ਜਿਹੜੀ ਧਿਰ ਦੀ ਸਰਕਾਰ ਸੀ ਜਿਨ੍ਹਾਂ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਉਸ ਤੋਂ ਬਾਅਦ ਵਿੱਚ ਸਰਕਾਰ ਬਦਲੀ, ਅਕਾਲੀ ਦਲ ਤੇ ਭਾਜਪਾ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ, ਤਾਂ ਵੀ ਸਾਰੇ ਸਮੇਂ ਦੇ ਵਿੱਚ ਜਿਹੜੀ ਵੀ ਧਿਰ ਰਾਜ ਸੱਤਾ ਦੇ ਉੱਪਰ, ਖਾਸ ਕਰਕੇ ਸੂਬੇ ਦੀ ਰਾਜ ਸੱਤਾ ਦੇ ਉੱਪਰ ਕਾਬਜ ਹੋਣ ਦੀ ਲਾਲਸਾ ਦੇ ਵਿੱਚ ਜਾਂ ਯਤਨ ਦੇ ਵਿੱਚ ਰਹੀ, ਉਹਨਾਂ ਦੇ ਕੋਲ ਪਿਛਲੇ 7 ਸਾਲਾਂ ਤੋਂ 15 ਤੋਂ ਲੈ ਕੇ ਹੁਣ 22 ਆ ਗਿਆ, 7 ਸਾਲਾਂ ਤੋਂ ਹਰ ਧਿਰ ਦੇ ਕੋਲ ਇੱਕ ਹੀ ਮੁੱਦਾ ਰਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜ਼ਰੂਰ ਲੈ ਕੇ ਜਾਵਾਂਗੇ। ਔਰ ਹੈਰਾਨਗੀ ਦੀ ਗੱਲ ਹੈ ਕਿ ਉਹ ਚਾਹੇ ਦਿੱਲੀ ਦੀ ਰਾਸ਼ਟਰਵਾਦੀ ਪਾਰਟੀ ਹੋਵੇ ਜਾਂ ਫਿਰ ਪੰਜਾਬ ਦੀ ਕਾਂਗਰਸ ਹੋਵੇ ਜਾਂ ਫਿਰ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਵੇ, ਕਿਤੇ ਨਾ ਕਿਤੇ ਸ਼ੱਕ ਦੀ ਸੂਈ ਸਾਰਿਆਂ ਦੇ ਉੱਪਰ ਹੀ ਉੱਠ ਜਾਂਦੀ ਹੈ, ਪਰ ਅਜੇ ਤੱਕ ਉਸ ਦਾ ਇਨਸਾਫ ਨਹੀਂ ਮਿਲ ਸਕਿਆ। ਹੁਣ ਹੁੰਦਾ ਕੀ ਹੈ, ਜੇਕਰ ਤੁਸੀਂ ਇਸ ਵਰਤਾਰੇ ਦਾ ਥੋੜਾ ਗਹਿਰ ਗੰਭੀਰਤਾ ਦੇ ਨਾਲ ਚਿੰਤਨ ਕਰੋ ਤਾਂ ਕਿਤੇ ਨਾ ਕਿਤੇ ਸਿੱਖ ਨੌਜਵਾਨੀ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਜੇਕਰ ਇੰਨੇ ਲੰਬੇ ਵਰਤਾਰਿਆਂ ਜਾਂ ਫਿਰ ਇੰਨੀ ਵੱਡੀ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘਣ ਤੋਂ ਬਾਅਦ ਦੋਸ਼ੀ ਨੂੰ ਸਜ਼ਾ ਨਹੀਂ ਮਿਲਣੀ ਬਲਕਿ ਉਸ ਨੂੰ ਬਰੀ ਕੀਤਾ ਜਾਣਾ ਹੈ ਤੇ ਫਿਰ ਉਸ ਨੂੰ ਆਪਣੇ ਹੱਥੀਂ ਹੀ ਸਜ਼ਾ ਦੇਣੀ ਆ, ਤਾਂ ਫਿਰ ਕਿਉਂ ਨਾ ਮੌਕੇ ਦੇ ਉੱਪਰ ਦੇ ਦਿੱਤੀ ਜਾਵੇ। ਹੁਣ ਇਹ ਕੋਈ ਥੋੜਾ ਸਮਾਂ ਤਾਂ ਹੈ ਨਹੀਂ ਹੈ ਨਾ ਕਿ ਸਟੇਟ ਏਜੰਸੀਜ਼ ਜਿਹੜੀਆਂ ਨੇ ਜਾਂ ਜਿਹੜੀਆਂ ਸਰਕਾਰ ਦੀਆਂ ਕਹਿ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਤੇ ਖੁਫੀਆ ਵਿਭਾਗ ਜਿਹੜਾ ਇੱਕ ਇੰਨੇ ਵੱਡੇ ਕਹਿ ਸਕਦੇ ਹੋ ਕਿ ਵਾਪਰੇ ਹੋਏ ਵਰਤਾਰੇ ਦੇ ਵਿੱਚ ਬਿਲਕੁਲ ਅਸਫਲ ਰਹਿੰਦਾ ਹੈ, ਪਰ ਉਹਦੇ ਤੋਂ ਬਾਅਦ ਵੀ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਨੇ ਜਾਂ ਫਿਰ ਧਿਰਾਂ ਨੇ ਉਹਨਾਂ ਨੂੰ CBI ਦੀ ਜਾਂਚ ਦੀ ਮੰਗ ਕਰਨੀ ਪੈਂਦੀ ਹੈ, ਉਹਦੇ ਮੰਗ ਦੇ ਵਿੱਚੋਂ ਵੀ ਕੁਝ ਨਹੀਂ ਨਿਕਲਦਾ। ਤਾਂ ਫਿਰ ਸਵਾਲ ਤੇ ਇਹ ਹੈ ਕਿ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਜਦੋਂ ਸਿੱਖਾਂ ਦੇ ਉੱਪਰ ਇਹ ਸਵਾਲ ਕਰ ਦਿੱਤਾ ਜਾਂਦਾ ਹੈ ਜੀ ਜਿਹੜਾ ਦੋਸ਼ੀ ਜਿਸ ਨੇ ਬੇਅਦਬੀ ਕੀਤੀ ਉਸ ਦਾ ਉੱਥੇ ਸੋਧਾ ਨਹੀਂ ਸੀ ਲਾਉਣਾ ਚਾਹੀਦਾ, ਭਾਵ ਕਿ ਉਸ ਨੂੰ ਉਸ ਜਗ੍ਹਾ ਦੇ ਉੱਪਰ ਖਤਮ ਨਹੀਂ ਸੀ ਕਰਨਾ ਚਾਹੀਦਾ ਬਲਕਿ ਉਸ ਦੀ ਪੁੱਛਗਿੱਛ ਕਰਨੀ ਚਾਹੀਦੀ ਸੀ। ਪਰ ਸਾਡਾ ਜਿਹੜਾ ਮੋੜਵਾਂ ਸਵਾਲ ਇਹ ਹੈ ਕਿ ਜੇਕਰ ਪੁੱਛਗਿੱਛ ਕਰਨ ਤੋਂ ਬਾਅਦ ਦੋਸ਼ ਸਾਬਤ ਹੋ ਵੀ ਜਾਵੇ ਤੇ ਦੋਸ਼ੀ ਧਿਰ ਕਟਹਿਰੇ ਦੇ ਵਿੱਚ ਆ ਵੀ ਜਾਵੇ ਤੇ ਕੀ ਸਾਡੇ ਕੋਲ ਕੋਈ ਇਹੋ ਜਿਹਾ ਵਿਧਾਨ ਹੈ ਕਿ ਜਿਹਦੇ ਨਾਲ ਕੋਈ ਐਸੀ ਸਜ਼ਾ ਦੋਸ਼ੀ ਧਿਰ ਨੂੰ ਦਿੱਤੀ ਜਾਏ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਜਾਂ ਆਉਣ ਵਾਲੀ ਭਵਿੱਖ ਦੀਆਂ ਨਸਲਾਂ ਦੇ ਵਾਸਤੇ ਇੱਕ ਸਬਕ ਸਾਬਤ ਹੋ ਜਾਵੇ ਕਿ ਜੇਕਰ ਕੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਹੈ ਤੇ ਉਹਨੂੰ ਇਸ ਤਰ੍ਹਾਂ ਦੀ ਜਿਹੜੀ ਸਜ਼ਾ ਉਹ ਦਿੱਤੀ ਜਾਂਦੀ ਹੈ। ਸੋ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਜਦੋਂ ਅੱਜ ਸਿੱਖਾਂ ਨੇ ਇਸ ਪੱਖ ਤੋਂ ਲੈ ਕੇ ਕਿਤੇ ਨਾ ਕਿਤੇ ਹੋ ਰਹੀ ਬੇਅਦਬੀ ਦੇ ਸਬੰਧ ਦੇ ਵਿੱਚ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਸ਼ੁਰੂ ਕੀਤਾ ਹੈ ਤੇ ਉਹਦਾ ਕਾਰਨ ਹੀ ਇਹੀ ਹੈ, ਕਾਨੂੰਨ ਜਿਹੜਾ ਇਹਨਾਂ ਬੇਅਦਬੀਆਂ ਦੀ ਘੋਖ ਕਰਨ ਦੇ ਵਿੱਚ ਤੇ ਬੇਅਦਬੀਆਂ ਦੀ ਦੋਸ਼ੀ ਨੂੰ ਸਜ਼ਾ ਦੇਣ ਦੇ ਵਿੱਚ ਨਾਕਾਮ ਰਿਹਾ। ਹੁਣ ਹਾਲਾਤ ਤਾਂ ਮੈਂ ਪਹਿਲਾਂ ਵੀ ਜਿਹੜੀ ਗੱਲ ਕੀਤੀ ਸੀ ਕਿ ਕਈ ਵਾਰੀ ਤਾਂ ਹਾਲਾਤ ਐਸੇ ਵੀ ਬਣੇ ਨੇ ਕਿ ਜਿਹੜੀ ਪੀੜਤ ਧਿਰ ਹੈ,
ਜਿਸ ਪੀੜਤ ਧਿਰ ਨੂੰ ਬਹੁਤ ਜ਼ਿਆਦਾ ਦਰਦ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਗਈ, ਉਸੇ ਹੀ ਧਿਰ ਨੂੰ ਜਿਹੜਾ ਉਹ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ। ਤੇ ਜਾਂਚ ਵਿੱਚ ਜਿਹੜੇ ਸ਼ਮੂਲੀਅਤ ਆਫੀਸਰ ਨੇ, ਕਿਤੇ ਨਾ ਕਿਤੇ ਉਹ ਵੀ ਰਾਜਸੀ ਧਿਰ ਦੀ ਮੁਖਾਲਫਤ ਨਹੀਂ ਕਰਦੇ, ਬਲਕਿ ਉਹ ਰਾਜਸੀ ਧਿਰ ਦੀ ਹਮਾਇਤ ਦੇ ਵਿੱਚ ਇਸ ਕਰਕੇ ਆ ਡਟਦੇ ਨੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਵੀ ਰਾਜਸੀ ਮਫਾਦ ਜਿਹੜੇ ਨੇ ਉਹਨਾਂ ਧਿਰਾਂ ਦੇ ਨਾਲ ਜੁੜੇ ਹੁੰਦੇ ਨੇ। ਔਰ ਜਦੋਂ ਐਵੇਂ ਦੇ ਵਰਤਾਰੇ ਵਾਪਰਦੇ ਨੇ, ਬਹੁਤ ਸਾਰੇ ਲੋਕ, ਜਿਸ ਤਰ੍ਹਾਂ ਸਿੰਘੂ ਬਾਰਡਰ ਦੇ ਉੱਪਰ ਘਟਨਾ ਵਾਪਰੀ ਸੀ, ਤਾਂ ਉੱਥੇ ਜਾਤੀਵਾਦ ਦੀ ਕੋਈ ਗੱਲ ਹੀ ਨਹੀਂ ਸੀ, ਪਰ ਉਹਦੇ ਵਿੱਚ ਵੀ ਕੁਝ ਲੋਕਾਂ ਨੇ ਜਾਤੀਵਾਦ ਦਾ ਭਾਵ ਕਿ ਅਖੌਤੀ ਦਲਿਤ ਪੱਤਾ ਖੇਡਣ ਦਾ ਯਤਨ ਕੀਤਾ ਗਿਆ, ਜਦੋਂ ਕਿ ਉਹਦੇ ਵਿੱਚ ਜਾਤ ਪਾਤ ਦਾ ਤਾਂ ਕੋਈ ਮਸਲਾ ਹੀ ਨਹੀਂ ਸੀ। ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਦੋਸ਼ੀ ਹੈ ਉਹ ਤਾਂ ਅਖੌਤੀ ਉੱਚ ਜਾਤੀ ਦੇ ਨਾਲ ਸੰਬੰਧਿਤ ਹੈ, ਗੁਰਮੀਤ ਰਾਮ ਰਹੀਮ। ਸੋ ਅਜਿਹੇ ਮਸਲੇ ਜਿਹੜੇ ਕੌਮ ਦੀ ਧਾਰਮਿਕ ਤੌਰ ਤੇ ਬਹੁਤ ਹੀ ਸੰਜੀਦਗੀ ਦੇ ਨਾਲ ਵਿਚਾਰਨ ਵਾਲੇ ਹੁੰਦੇ ਨੇ ਤੇ ਜਿਨ੍ਹਾਂ ਦੇ ਨਾਲ ਇੱਕ ਘੱਟ ਗਿਣਤੀ ਕੌਮੀਅਤ ਦੇ ਜਜ਼ਬਾਤਾਂ ਦਾ ਗਹਿਰਾ ਸੰਬੰਧ ਹੁੰਦਾ ਹੈ, ਉਹਨਾਂ ਨੂੰ ਸਟੇਟ ਦੀਆਂ ਕੁਝ ਏਜੰਸੀਆਂ ਜਾਂ ਕੁਝ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਜਾਤੀ ਆਧਾਰਿਤ ਵੰਡ ਦੇ ਵਿੱਚ ਵੰਡਣ ਦਾ ਯਤਨ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਦਿੱਲੀ ਸਿੰਘੂ ਬਾਰਡਰ ਦੀ ਘਟਨਾ ਤੋਂ ਬਾਅਦ ਪਹਿਲਾਂ ਤਾਂ ਉਸ ਪਰਿਵਾਰ ਨੇ ਬਿਆਨਾਤ ਜਿਹੜੇ ਨੇ ਉਹ ਹੋਰ ਸੀ, ਔਰ ਉਸ ਤੋਂ ਬਾਅਦ ਜਦੋਂ ਉੱਥੇ ਉਹਨਾਂ ਨੂੰ ਕੁਝ ਇੱਕ ਖਾਸ ਪੱਖ ਦੀਆਂ ਮਜ਼ਦੂਰ ਜਥੇਬੰਦੀਆਂ ਦਾ ਸਹਾਰਾ ਮਿਲ ਗਿਆ ਤਾਂ ਉਹਨਾਂ ਨੇ ਉਹਨਾਂ ਜਥੇਬੰਦੀਆਂ ਦਾ ਆਸਰਾ ਲੈ ਕੇ ਇਨਸਾਫ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਪਰ ਇਹ ਨਾ ਸੋਚਿਆ ਕਿ ਇਨਸਾਫ ਤਾਂ ਅਜੇ ਤੱਕ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਦਾ ਮਿਲਿਆ ਹੀ ਨਹੀਂ। ਸੋ ਇਹ ਜਿਹੜੇ ਸਾਰੇ ਵਰਤਾਰੇ ਨੇ, ਇਹਨਾਂ ਦਾ ਬਹੁਤ ਹੀ ਗੰਭੀਰਤਾ ਦੇ ਨਾਲ ਚਿੰਤਨ ਕਰਨ ਦੀ ਲੋੜ ਹੈ। ਔਰ ਬਾਰ-ਬਾਰ ਜਿਹੜਾ ਸਵਾਲ ਹੈ ਉਹ ਇਹ ਪੈਦਾ ਹੁੰਦਾ ਹੈ ਕਿ ਕਿਸੇ ਦਾ ਵੀ ਦਿਲ ਨਹੀਂ ਕਰਦਾ ਜਾਂ ਕੋਈ ਵੀ ਇਸ ਗੱਲ ਨੂੰ ਰਾਜੀ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਖਤਮ ਕਰਕੇ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲਵੇ। ਪਰ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਗੱਲ ਆਉਂਦੀ ਹੈ ਤਾਂ ਫਿਰ ਜਿਹੜੇ ਸਿੱਖ ਜਜ਼ਬਾਤ ਨੇ, ਫਿਰ ਉਹ ਜਦੋਂ ਆਪਣੀ ਵਿਚਾਰਧਾਰਾ ਦੇ ਵਿੱਚੋਂ ਆਪਣੇ ਭਵਿੱਖ ਨੂੰ ਵੇਖਦੇ ਨੇ ਜਾਂ ਮੌਕੇ ਦੇ ਉੱਪਰ ਫਿਰ ਇਸ ਸਾਰੇ ਵਰਤਾਰੇ ਦੀ ਸਜ਼ਾ ਦੇਣ ਦੀ ਗੱਲ ਕਰਦੇ ਨੇ, ਤਾਂ ਫਿਰ ਸਿੱਖ ਵਿਚਾਰਧਾਰਾ ਦੇ ਪਿੱਛੇ ਉਹਨਾਂ ਦਾ ਇਤਿਹਾਸ ਖੜਾ ਹੈ, ਜਿਹੜਾ ਇਤਿਹਾਸ ਬਾਰ-ਬਾਰ ਇਹ ਗੱਲ ਕਹਿੰਦਾ ਹੈ ਕਿ ਗੁਰ ਕੀ ਨਿੰਦਾ ਸੁਨੇ ਨਾ ਕਾਨ, ਭੇਟ ਕਰੇ ਸੋ ਸੰਗ ਕਿਰਪਾਨ। ਸੋ ਬੇਸ਼ੱਕ ਗੈਰ ਸਿੱਖ ਬਨਾਮ ਸਿੱਖ ਮਸਲਾ ਬਣਾਉਣ ਦਾ ਯਤਨ ਕੀਤਾ ਜਾਵੇ, ਬੇਸ਼ੱਕ ਅਖੌਤੀ ਦਲਿਤ ਬਨਾਮ ਸਿੱਖ ਬਣਾਉਣ ਦਾ ਯਤਨ ਕੀਤਾ ਜਾਵੇ, ਬੇਸ਼ੱਕ ਦਲਿਤ ਜਾਤੀਆਂ ਬਨਾਮ ਉੱਚ ਜਾਤੀਆਂ ਬਣਾਉਣ ਦਾ ਯਤਨ ਕੀਤਾ ਜਾਵੇ, ਪਰ ਇਸ ਸਾਰੇ ਵਰਤਾਰੇ ਦੇ ਵਿੱਚ ਸਾਨੂੰ ਇਸ ਗੱਲ ਨੂੰ ਆਪਣੀ ਮਾਨਸਿਕਤਾ ਦੇ ਵਿੱਚ, ਆਪਣੀ ਜ਼ਿਹਨੀਅਤ ਦੇ ਵਿੱਚ ਧਿਆਨ ਦੇ ਨਾਲ ਰੱਖਣਾ ਪਵੇਗਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉੱਪਰ ਸਿੱਖ ਦੇ ਵਾਸਤੇ ਕੁਝ ਨਹੀਂ ਹੈ। ਸੋ ਉਹਦੇ ਵਾਸਤੇ ਉਸ ਨੂੰ ਜਿਸ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ, ਜਿਸ ਵੀ ਸਜ਼ਾ ਦੇ ਵਿੱਚੋਂ ਜਾਂ ਦੂਜੇ ਰੂਪ ਦੇ ਵਿੱਚ, ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਕੁਝ ਲੋਕ ਸਿੱਖਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਨੇ, ਮੈਂ ਕਹਿੰਦਾ ਕਿ ਉਸ ਬਦਨਾਮੀ ਦੇ ਵਿੱਚੋਂ ਵੀ ਗੁਜ਼ਰਨਾ ਪੈਂਦਾ ਤੇ ਸਿੱਖ ਨੂੰ ਉੱਥੇ ਕਿਸੇ ਤਰ੍ਹਾਂ ਦੀ ਕੋਈ ਗਲਾਨੀ ਮਹਿਸੂਸ ਨਹੀਂ ਹੁੰਦੀ, ਕਿਉਂਕਿ ਉਹਦੇ ਵਾਸਤੇ ਆਪਣਾ ਇਸ਼ਟ ਤੇ ਔਰ ਉਸ਼ਟ ਦਾ ਜਿਹੜਾ ਅਦਬ ਹੈ ਉਹੀ ਸਭ ਤੋਂ ਅਹਿਮ ਹੈ। ਹੁਣ ਬੇਸ਼ੱਕ ਜਦੋਂ ਇਹਨੂੰ ਜਾਤੀਵਾਦ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਮੰਦਰਾਂ ਦੇ ਵਿੱਚ ਜਾਤੀ ਵਿਤਕਰੇ ਹੁੰਦੇ ਨੇ, ਉੱਥੇ ਮੰਦਰ ਦੇ ਪੁਜਾਰੀਆਂ ਦੇ ਵੱਲੋਂ ਕਈ ਵਾਰੀ ਜਾਤੀ ਆਧਾਰਿਤ ਲੋਕਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਔਰ ਜਾਤੀ ਨੂੰ ਆਧਾਰ ਬਣਾ ਕੇ ਕਤਲ ਵੀ ਕੀਤੇ ਜਾਂਦੇ ਨੇ। ਪਰ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਰਾਸ਼ਟਰਵਾਦੀ ਵੀ ਕਹਿੰਦੀਆਂ ਨੇ, ਕਿਤੇ ਆਪਣੇ ਆਪ ਨੂੰ ਲੈਫਟਿਸਟ ਆਈਡੀਓਲੋਜੀ ਨਾਲ ਜੋੜ ਕੇ ਦੱਸਦੀਆਂ ਨੇ, ਪਰ ਉਹਨਾਂ ਦੇ ਵੱਲੋਂ ਉੱਥੇ ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਉਠਾਈ ਜਾਂਦੀ। ਪਰ ਹੁਣ ਜਦੋਂ ਅਸੀਂ ਦਰਬਾਰ ਸਾਹਿਬ ਦੇ ਸਾਰੇ ਘਟਨਾਕ੍ਰਮ ਦਾ ਚਿੰਤਨ ਕਰਦੇ ਹਾਂ ਔਰ ਜਾਂ ਇਸੇ ਸਾਲ ਦੇ ਵਿੱਚ ਜਿਹੜੇ ਪਹਿਲਾਂ ਵਾਪਰੇ ਹੋਏ ਵਰਤਾਰੇ ਨੇ, ਜੇਕਰ ਉਹਨਾਂ ਦਾ ਚਿੰਤਨ ਕਰਨ ਦਾ ਯਤਨ ਕਰੀਏ ਕਿ ਉਹਨਾਂ ਸਾਰਿਆਂ ਦੇ ਵਿੱਚ ਇੱਕ ਕੜੀ ਤਾਂ ਅਸੀਂ ਵੇਖਣ ਦਾ ਯਤਨ ਕਰੀਏ, ਉਸ ਕੜੀ ਦੀ ਇੱਕ ਸਾਂਝ ਨੂੰ ਵੇਖਣ ਦਾ ਯਤਨ ਤਾਂ ਕਰੀਏ। ਇਸ ਤੋਂ ਪਹਿਲਾਂ ਖੈਰ ਮੈਂ ਥੋੜਾ ਹੋਰ ਪਿੱਛੇ ਚਲਾ ਜਾਂਦਾ, 2009-10 ਦੇ ਵਿੱਚ ਦਰਬਾਰ ਸਾਹਿਬ ਜਿਸ ਵੇਲੇ ਅਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਨਹੀਂ ਆਉਂਦੀ ਤੇ ਪੀੜਾ ਸਾਹਿਬ ਦੇ ਉੱਪਰ ਇੱਕ ਵਿਅਕਤੀ ਜਿਹੜਾ ਸੀ ਉਹ ਇਸੇ ਤਰ੍ਹਾਂ ਜਾਂਗਲੇ ਦੇ ਅੰਦਰ ਦਾਖਲ ਹੋ ਕੇ ਬੈਠ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਫੜਿਆ ਗਿਆ, ਉਸ ਦੀ ਥੋੜੀ ਬਹੁਤੀ ਪ੍ਰਕਰਮਾਂ ਦੇ ਵਿੱਚ ਤਫਤੀਸ਼ ਕੀਤੀ ਗਈ ਕਿ ਕਿੱਥੋਂ ਦਾ ਰਹਿਣ ਵਾਲਾ ਹੈ, ਕਿੱਥੋਂ ਦੀ ਉਸ ਦੀ ਬਲਦੀਅਤ ਹੈ, ਕਿੱਥੋਂ ਦਾ ਵਸਨੀਕ ਹੈ। ਉਸ ਤੋਂ ਬਾਅਦ ਜਿਹੜੀ ਸਥਾਨਕ ਚੌਕੀ ਸੀ ਉਸ ਨੂੰ ਦੇ ਦਿੱਤਾ ਗਿਆ ਔਰ ਨਤੀਜਾ ਇਹ ਨਿਕਲਿਆ ਕਿ ਕਹਿ ਦਿੱਤਾ ਗਿਆ ਕਿ ਮਨੋਰੋਗੀ ਹੈ ਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਹੁਣ ਮਾਨਸਿਕ ਤੌਰ ਤੇ ਪਰੇਸ਼ਾਨ ਜਿਹੜਾ ਵਿਅਕਤੀ ਹੈ ਉਹ ਜਾਂਗਲੇ ਨੂੰ ਟੱਪ ਕੇ ਸਰੋਵਰ ਦੇ ਵਿੱਚ ਛਾਲਤ ਨਹੀਂ ਮਾਰਦਾ, ਪਰ ਜਾਂਗਲੇ ਨੂੰ ਟੱਪ ਕੇ ਉਹ ਪੀੜਾ ਸਾਹਿਬ ਦੇ ਉੱਪਰ ਆ ਕੇ ਬੈਠ ਜਾਂਦਾ ਹੈ। ਸੋ ਉਸ ਤੋਂ ਬਾਅਦ ਦੇ ਜੇਕਰ ਵਰਤਾਰਿਆਂ ਦੀ ਗੱਲ ਕਰੀਏ ਤੇ ਜੇ ਕੁਝ ਹੀ ਸਮਾਂ ਹੋਇਆ ਕੇਸਗੜ੍ਹ ਸਾਹਿਬ ਦੇ ਵਿੱਚ,
ਹੁਣ ਕੇਸਗੜ੍ਹ ਸਾਹਿਬ ਦੇ ਵਿੱਚ ਪਾਵਨ ਤਖਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੋ ਰਹੇ ਕੀਰਤਨ ਦੇ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਸਿਗਰਟ ਨੋਸ਼ੀ ਕੀਤੀ ਜਾਂਦੀ ਹੈ। ਜਿਹੜਾ ਧੂੰਆਂ ਕੀਰਤਨ ਕਰ ਰਹੇ ਸਿੰਘਾਂ ਦੇ ਮੂੰਹ ਵੱਲ ਛੱਡਿਆ ਜਾਂਦਾ ਹੈ, ਉਸ ਨੂੰ ਮੌਕੇ ਦੇ ਉੱਪਰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਰੋਹ ਦੇ ਵਿੱਚ ਆਉਣ ਤੋਂ ਉਪਰੰਤ ਉਸ ਨੂੰ ਪੁਲਿਸ ਨੂੰ ਵੀ ਦਿੱਤਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕਿਹਾ ਕੀ ਜਾਂਦਾ ਹੈ ਜੀ ਉਹ ਤਾਂ ਮਾਨਸਿਕ ਰੋਗੀ ਸੀ, ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤੇ ਲੰਬੇ ਸਮੇਂ ਤੋਂ ਉਸ ਦੀ ਇੱਕ ਮਨੋਰੋਗ ਮਾਹਰ ਦੇ ਕੋਲੋਂ ਦਵਾਈ ਚੱਲ ਰਹੀ ਹੈ। ਸੋ ਇਹ ਸਾਰਾ ਇੱਕ ਘੜਿਆ ਘੜਾਇਆ ਕਹਿ ਸਕਦੇ ਹੋ ਕਿ ਜਵਾਬ ਹੁੰਦਾ ਬਹੁਤ ਸਾਰੇ ਵਰਤਾਰਿਆਂ ਦੇ ਵਿੱਚ। ਸੋ ਇਹ ਜਦੋਂ ਲਗਾਤਾਰ ਤੁਸੀਂ ਇਹਨਾਂ ਵਰਤਾਰਿਆਂ ਦੇ ਵਾਪਰਨ ਦੀ ਕਿਰਿਆ ਤੇ ਉਸ ਤੋਂ ਬਾਅਦ ਦੋਸ਼ੀਆਂ ਨੂੰ ਦੋਸ਼ ਮੁਕਤ ਕਰਕੇ ਛੱਡਣ ਦੀ ਪ੍ਰਕਿਰਿਆ ਵੱਲ ਵੇਖੋਗੇ ਤਾਂ ਤੁਹਾਡੇ ਸਾਹਮਣੇ ਦੋ ਹੀ ਗੱਲਾਂ ਆਉਣਗੀਆਂ ਜੀ। ਦੋਸ਼ੀ ਜਿਹੜਾ ਹੈ ਉਹ ਮਾਨਸਿਕ ਰੋਗੀ ਸੀ, ਦੋਸ਼ੀ ਜਿਹੜਾ ਉਹ ਭਾਵਨਾਵਾਂ ਨੂੰ ਨਹੀਂ ਸੀ ਭੜਕਾਉਣਾ ਚਾਹੁੰਦਾ, ਉਹ ਆਪਣੀ ਬਿਮਾਰੀ ਦੇ ਵੇਗ ਦੇ ਵਿੱਚ ਹੀ ਐਸਾ ਜਿਹੜਾ ਕਾਰਜ ਸੀ ਕਰ ਗਿਆ। ਕੁਝ ਸਮਾਂ ਪਹਿਲਾਂ ਹੀ ਇੱਕ ਵਿਅਕਤੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿੱਥੇ ਉੱਥੇ ਗੁਟਕੇ ਪਏ ਹੁੰਦੇ ਨੇ ਉੱਥੇ ਪਾਵਨ ਗੁਟਕਾ ਸਾਹਿਬ ਨੂੰ ਚੁੱਕਿਆ, ਸੁਖਨੀ ਸਾਹਿਬ ਦੇ ਨੂੰ ਤੇ ਸਰੋਵਰ ਦੇ ਵਿੱਚ ਸੁੱਟ ਦਿੱਤਾ। ਉਸ ਦੀ ਪੁੱਛਗਿੱਛ ਇੱਥੋਂ ਤੱਕ ਕੀਤੀ ਗਈ ਕਿ ਵਲਦੀਅਤ ਕੀ ਹੈ, ਵਸਨੀਕ ਕਿੱਥੋਂ ਦਾ ਹੈ, ਰਣਵੀਰ ਉਸ ਦਾ ਨਾਮ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਵੱਲੋਂ ਜਦੋਂ ਪੁਲਿਸ ਚੌਕੀ ਨੂੰ ਸੌਂਪ ਦਿੱਤਾ ਗਿਆ ਤਾਂ ਉਹਦੇ ਵਿੱਚ ਵੀ ਨਤੀਜਾ ਇਹੀ ਨਿਕਲਿਆ ਕਿ ਮਾਨਸਿਕ ਰੋਗੀ ਹੈ। 2016 ਦੇ ਵਿੱਚ ਇੱਕ ਬੀਬੀ ਦੇ ਵੱਲੋਂ ਜਿਸ ਨੂੰ ਬਾਅਦ ਦੇ ਵਿੱਚ ਸਿੰਘਾਂ ਨੇ ਸੋਧ ਦਿੱਤਾ ਗਿਆ ਸੀ, ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰ ਦਿੱਤੀ ਗਈ ਤਾਂ ਉਸ ਵੇਲੇ ਵੀ ਪ੍ਰਸ਼ਾਸਨ ਤੇ ਇੱਥੋਂ ਦੀ ਹਕੂਮਤ ਦੀਆਂ ਬਣਾਈਆਂ ਅਦਾਲਤਾਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਬੀਬੀ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਹੁਣ ਬੜੀ ਹੈਰਾਨਗੀ ਦੀ ਗੱਲ ਹੈ, ਮੈਂ ਕਿੰਨੇ ਵਰਤਾਰੇ ਤੁਹਾਡੇ ਸਾਹਮਣੇ ਜਿਹੜੇ ਨੇ ਉਹ ਗਿਣ ਕੇ ਦੱਸ ਦਿੱਤੇ ਨੇ ਕਿ ਇਹ ਮਾਨਸਿਕ ਰੋਗੀ ਜਿਹੜੇ ਨੇ ਹੋਰ ਕਿਸੇ ਧਾਰਮਿਕ ਸਥਾਨ ਦੇ ਵਿੱਚ ਨਹੀਂ ਜਾਂਦੇ, ਇਹ ਮਾਨਸਿਕ ਰੋਗੀ ਸਿੱਖਾਂ ਦੇ ਹੀ ਧਾਰਮਿਕ ਸਥਾਨਾਂ ਦੇ ਵਿੱਚ ਕਿਉਂ ਆਉਂਦੇ ਨੇ। ਔਰ ਕੀ ਇੰਨੇ ਲੰਬੇ ਸਮੇਂ ਦੇ ਵਰਤਾਰਿਆਂ ਦੇ ਵਿੱਚ ਕੋਈ ਇੱਕ ਵੀ ਮਿਸਾਲ ਜਿਹੜੇ ਸਿੱਖਾਂ ਨੂੰ ਕਹਿੰਦੇ ਨੇ ਕਿ ਸਿੱਖ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਨੇ, ਸਿੱਖ ਹਿੰਸਕ ਹੋ ਜਾਂਦੇ ਨੇ, ਸਿੱਖਾਂ ਨੇ ਮੌਬ ਲਿੰਚਿੰਗ ਕਰ ਦਿੱਤੀ, ਜਿਹੜੇ ਇਸ ਤਰ੍ਹਾਂ ਦੇ ਪ੍ਰਵਚਨ ਬਣਾਉਣਾ ਚਾਹ ਰਹੇ ਨੇ, ਮੇਰਾ ਉਹਨਾਂ ਨੂੰ ਇੱਕ ਸਵਾਲ ਹੈ ਕਿ 2010 ਤੋਂ ਲੈ ਕੇ ਆ ਜਿਹੜੀਆਂ ਹੁਣ 12 ਸਾਲਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਤਕਰੀਬਨ ਸਾਰੇ ਹੀ ਦੋਸ਼ੀ ਵਿਅਕਤੀਆਂ ਨੂੰ ਇਹ ਕਹਿ ਕੇ ਕਿ ਇਹ ਮਨੋਰੋਗੀ ਸਨ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਸਨ, ਉਹਨਾਂ ਨੂੰ ਛੱਡ ਦਿੱਤਾ ਗਿਆ ਜਾਂ ਬਾਇਜ਼ਤ ਬਰੀ ਕਰ ਦਿੱਤਾ ਗਿਆ ਜਾਂ ਕਿਸੇ ਨੂੰ ਜ਼ਮਾਨਤ ਦੇ ਉੱਪਰ ਰਿਹਾ ਕਰ ਦਿੱਤਾ ਗਿਆ। ਕੀ ਕਿਸੇ ਇੱਕ ਵੀ ਵਿਅਕਤੀ ਨੂੰ ਸਜ਼ਾ ਦਿੱਤੀ ਗਈ ਹੈ? ਜੇ ਸਜ਼ਾ ਦਿੱਤੀ ਗਈ ਹੈ ਤੇ ਫਿਰ ਠੀਕ ਹੈ, ਅਸੀਂ ਵੀ ਇਸ ਸਾਰੀ ਵਿਚਾਰਧਾਰਾ ਦੇ ਵਿੱਚ ਵਿਸ਼ਵਾਸ ਰੱਖੀਏ, ਇਸ ਪ੍ਰਕਿਰਿਆ ਦੇ ਵਿੱਚ ਵਿਸ਼ਵਾਸ ਰੱਖੀਏ। ਤੇ ਜਦੋਂ ਇਹ ਕੀਤਾ ਹੀ ਨਹੀਂ ਗਿਆ, ਇਨਸਾਫ ਮਿਲਿਆ ਹੀ ਨਹੀਂ, ਤੇ ਫਿਰ ਇਹ ਜਿਹੜੀਆਂ ਸਿੱਖਾਂ ਨੂੰ ਦੋਸ਼ੀ ਠਹਿਰਾਉਣ ਵਾਲੀਆਂ ਧਿਰਾਂ ਨੇ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਿੱਖ ਕੀ ਕਰਨ। ਜਾਂ ਫਿਰ ਇਸ ਵਾਰੀ ਤਾਂ ਇੱਕ ਹੋਰ ਗੱਲ ਸੀ ਕਿ ਜਾਂ ਦਰਬਾਰ ਸਾਹਿਬ ਦੇ ਅੰਦਰ ਜਿਸ ਤਰ੍ਹਾਂ ਦੇ ਨਾਲ ਉਹ ਵਿਅਕਤੀ ਸ਼ਾਮਲ ਹੋਇਆ, ਜਿਸ ਤਰ੍ਹਾਂ ਦੇ ਨਾਲ ਉਹ ਦਾਖਲ ਹੋਇਆ, ਉਹਦੇ ਵਿੱਚ ਜੇਕਰ ਉਸ ਦੇ ਉੱਪਰ ਕੋਈ ਵੀ ਕਿਰਿਆ ਜਾਂ ਕੋਈ ਵੀ ਪ੍ਰਤੀਕਿਰਿਆ ਨਾ ਕੀਤੀ ਜਾਂਦੀ ਉੱਥੋਂ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਤੇ ਉਸ ਨੂੰ ਫਿਰ ਮਾਨਸਿਕ ਰੋਗੀ ਕਹਿ ਕੇ ਆਜ਼ਾਦ ਕਰ ਦਿੱਤਾ ਜਾਂਦਾ, ਤਾਂ ਇਹੀ ਜਿਹੜੀਆਂ ਧਿਰਾਂ ਅੱਜ ਸਿੱਖਾਂ ਨੂੰ ਦੋਸ਼ੀ ਕਰਦਾਨੀਆਂ ਨੇ, ਇਹਨਾਂ ਨੇ ਕਹਿਣਾ ਸੀ ਕਿ ਸਿੱਖਾਂ ਦੀ ਗੈਰਤ ਖਤਮ ਹੋ ਚੁੱਕੀ ਹੈ। ਔਰ ਇਹ ਬਿਲਕੁਲ ਸੱਚ ਹੈ। ਇਸ ਨੂੰ ਫਿਰ ਧਿਆਨ ਨਾਲ ਸੋਚਿਓ ਕਿ ਜੇਕਰ ਇਸ ਵਿਅਕਤੀ ਨੂੰ ਵੀ ਫੜ ਲਿਆ ਜਾਂਦਾ, ਕਿਉਂਕਿ ਇਹਦੇ ਤੋਂ ਵੱਡੀ ਤਾਂ ਬੇਅਦਬੀ ਕਰਨ ਦਾ ਜਿਹੜਾ ਉਸਨੇ ਯਤਨ ਕੀਤਾ ਹੈ, ਔਰ ਸਾਰਿਆਂ ਨੇ ਕੈਮਰਿਆਂ ਦੇ ਵਿੱਚ ਜਿਹੜੇ CCTV ਕੈਮਰੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਲੱਗੇ ਹੋਏ ਸੀ ਪਵਿੱਤਰ ਸਥਾਨ ਤੇ, ਉਹਨਾਂ ਦੇ ਵਿੱਚ ਵੇਖਿਆ ਵੀ ਹੈ। ਜੇਕਰ ਇਸ ਵਿਅਕਤੀ ਨੂੰ ਵੀ ਮਾਨਸਿਕ ਰੋਗੀ ਕਹਿ ਕੇ ਛੱਡ ਦਿੱਤਾ ਜਾਂਦਾ ਤੇ ਅੱਜ ਜਿਹੜੇ ਲੋਕ ਕਹਿੰਦੇ ਨੇ ਕਿ ਸਿੱਖਾਂ ਨੇ ਕਾਨੂੰਨ ਹੱਥ ਦੇ ਵਿੱਚ ਲੈ ਲਿਆ, ਕੱਲ ਨੂੰ ਇਹਨਾਂ ਹੀ ਲੋਕਾਂ ਨੇ ਕਹਿਣਾ ਸੀ ਕਿ ਸਿੱਖਾਂ ਦੇ ਅੰਦਰ ਹੁਣ ਗੈਰਤ ਖਤਮ ਹੋ ਚੁੱਕੀ ਹੈ। ਦੂਸਰੀ ਗੱਲ, ਉੱਥੇ ਜਿਹੜੇ ਸਿੱਖ ਨੇ ਉਹਨਾਂ ਨੇ ਕਿੰਨਾ ਸੰਯਮ ਦੇ ਨਾਲ ਕੰਮ ਲਿਆ ਹੈ ਕਿ ਜੇਕਰ ਲਾਈਵ ਚੱਲ ਰਹੇ ਪ੍ਰੋਗਰਾਮ ਦੇ ਦੌਰਾਨ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ ਦੇ ਵਿੱਚ ਹੀ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੰਦੇ ਜਾਂ ਉਸ ਕੁੱਟਮਾਰ ਦੇ ਦੌਰਾਨ ਉਸ ਦਾ ਕੁਝ ਨੁਕਸਾਨ ਹੋ ਜਾਂਦਾ, ਤਾਂ ਫਿਰ ਇਹਨਾਂ ਨੇ ਕੌਮ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਬਦਨਾਮ ਕਰਨਾ ਸੀ ਕਿ ਸਿੱਖਾਂ ਨੇ ਦਰਬਾਰ ਸਾਹਿਬ ਪਰਿਸਰ ਦੇ ਧਾਰਮਿਕ ਜਿਹੜਾ ਕਹਿ ਸਕਦੇ ਹੋ ਕਿ ਇਮਾਰਤ ਹੈ, ਉਹਦੇ ਅੰਦਰ ਕਿਸੇ ਵਿਅਕਤੀ ਦੀ ਕੁੱਟਮਾਰ ਕੀਤੀ। ਭਾਵੇਂ ਕਿ ਸਾਡੇ ਇਤਿਹਾਸ ਦੇ ਵਿੱਚ ਮੱਸਾ ਰੰਗੜ ਤੋਂ ਲੈ ਕੇ ਇਹੋ ਜਿਹੀਆਂ ਬਹੁਤ ਮਿਸਾਲਾਂ ਨੇ ਕਿ ਜਿਹੜਾ ਸਾਡੇ ਧਾਰਮਿਕ ਸਥਾਨ ਦੀ ਬੇਅਦਬੀ ਕਰਨ ਦੀ ਭਾਵਨਾ ਨੂੰ ਲੈ ਕੇ ਆਇਆ ਤੇ ਸਿੱਖਾਂ ਨੇ ਉਸ ਨੂੰ ਉਹਦੀ ਕਰਨੀ ਦਾ ਫਲ ਜ਼ਰੂਰ ਚਖਾਇਆ। ਪਰ ਇਸ ਸਾਰੇ ਵਰਤਾਰੇ ਦੇ ਵਿੱਚ ਜਿਹੜੇ ਦੋਵੇਂ ਪੱਖ ਸੀ,
ਜਦੋਂ ਇਹ ਦੋਵੇਂ ਪੱਖ ਹੀ ਸਿੱਖਾਂ ਦੇ ਵਿਰੋਧ ਦੇ ਵਿੱਚ ਭੁਗਤਦੇ ਹੋਣ ਤਾਂ ਉਸ ਵੇਲੇ ਕਿਸ ਜਗ੍ਹਾ ਤੋਂ ਫਿਰ ਇਨਸਾਫ ਦੀ ਜਿਹੜੀ ਆਸ ਹੈ ਉਹ ਰੱਖੀ ਜਾ ਸਕਦੀ ਹੈ। ਇੱਕ ਪੱਖ ਦੇ ਵਿੱਚ ਸਿੱਖਾਂ ਨੂੰ ਬੇਗੈਰਤ ਸਾਬਤ ਕਰਕੇ ਉਹਨਾਂ ਦਾ ਮੂੰਹ ਚੜਾਇਆ ਜਾਣਾ ਸੀ ਤੇ ਦੂਜੇ ਪੱਖ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਿਹੜੀ ਉਹ ਸਿੱਖਾਂ ਦੀ ਬੇਅਦਬੀ ਜਾਂ ਉਹਨਾਂ ਦੀ ਕਹਿ ਸਕਦੇ ਹੋ ਕਿ ਬਦਨਾਮੀ ਕੀਤੀ ਜਾਣੀ ਸੀ। ਸੋ ਦਰਬਾਰ ਸਾਹਿਬ ਦੀ ਘਟਨਾ ਦਾ ਦੋਸ਼ੀ, ਹੁਣ ਇਸ ਦੋਸ਼ੀ ਦੇ ਬਾਰੇ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਚਿੰਤਨ ਕਰਨ ਦੀ ਲੋੜ ਹੈ। ਜਿਹੜੀ ਪੁਲਿਸ ਨੇ FIR ਦਰਜ ਕੀਤੀ ਹੈ ਉਹਦੇ ਵਿੱਚ ਜਿਹੜਾ ਵਿਅਕਤੀ ਹੈ ਡਿਵੀਜ਼ਨ E ਅੰਮ੍ਰਿਤਸਰ ਦੇ E ਡਿਵੀਜ਼ਨ ਥਾਣੇ ਦੇ ਵਿੱਚ 253 ਨੰਬਰ FIR ਔਰ ਉਹਦੇ ਵਿੱਚ ਦੋ ਧਾਰਾਵਾਂ ਜਿਹੜੀਆਂ ਲਗਾਈਆਂ ਗਈਆਂ ਨੇ 295A ਤੇ 307। ਇੱਕ ਹੈ ਕਿ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ 295A ਤੇ ਉਹਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾਣਾ ਜਾਂਗਲੇ ਨੂੰ ਟੱਪ ਕੇ ਤੇ ਉੱਥੇ ਜਾ ਕੇ ਜਿਹੜੀ ਅੰਦਰ ਸ੍ਰੀ ਸਾਹਿਬ ਪਈ ਹੁੰਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਉਹਨੂੰ ਚੁੱਕਣਾ, ਉਸ ਦੇ ਕਰਕੇ ਉਹਦੇ ਉੱਪਰ ਇਰਾਦਾ ਕਤਲ ਅਟੈਂਪਟ ਟੂ ਮਰਡਰ ਦੀ ਧਾਰਾ 307। ਹੁਣ ਤੁਸੀਂ ਇਸ ਜੇਕਰ ਸਾਰੇ ਵਰਤਾਰੇ ਦਾ ਧਿਆਨ ਦੇ ਨਾਲ ਅਧਿਐਨ ਕਰੋ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਵਿਅਕਤੀ ਜਿਹੜਾ ਅਣਪਛਾਤਾ ਹੈ ਔਰ FIR ਦੇ ਵਿੱਚ ਵੀ ਇਹੀ ਲਿਖਿਆ ਗਿਆ ਹੈ ਕਿ ਉਹ ਵਿਅਕਤੀ ਅਣਪਛਾਤਾ ਸੀ, ਪਰ ਉਹ ਵਿਅਕਤੀ ਕਿਸ ਤਰ੍ਹਾਂ ਦੇ ਨਾਲ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਇਆ ਸੀ ਕਿ ਉਸ ਦੇ ਕੋਲ ਕੋਈ ਸ਼ਨਾਖਤੀ ਕਾਰਡ ਨਹੀਂ, ਉਹਦੇ ਕੋਲ ਕੋਈ ਮੋਬਾਈਲ ਵਗੈਰਾ ਨਹੀਂ, ਉਹ ਕਿੱਥੇ ਠਹਿਰਿਆ। ਬੇਸ਼ੱਕ ਕਿ ਸਿੱਖ ਸੰਸਥਾਵਾਂ ਦੇ ਵੱਲੋਂ ਜਾਂ ਸਿੱਖ ਜਿਹੜੇ ਕਹਿ ਸਕਦੇ ਹੋ ਕਿ ਸੁਹਿਰਦ ਸੱਜਣ ਨੇ ਉਹਨਾਂ ਦੇ ਵੱਲੋਂ ਉਸ ਦੀ ਤਸਵੀਰ ਜਾਰੀ ਕਰਕੇ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਕਿਸੇ ਸਰਾਂ ਦੇ ਵਿੱਚ, ਕਿਸੇ ਘਰ ਦੇ ਵਿੱਚ, ਕਿਸੇ ਗੈਸਟ ਹਾਊਸ ਦੇ ਵਿੱਚ ਜਾਂ ਕਿਸੇ ਹੋਟਲ ਦੇ ਵਿੱਚ ਠਹਿਰਿਆ ਹੈ ਤਾਂ ਉਸ ਦਾ ਪਤਾ ਪੁਲਿਸ ਸ਼੍ਰੋਮਣੀ ਕਮੇਟੀ ਜਾਂ ਪ੍ਰਸ਼ਾਸਨ ਨੂੰ ਦਿੱਤਾ ਜਾਵੇ, ਪਛਾਣ ਗੁਪਤ ਰੱਖੀ ਜਾਵੇਗੀ। ਪਰ ਉਹਦੇ ਬਾਵਜੂਦ ਵੀ ਅਜੇ ਤੱਕ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਜਿਹੜਾ ਵਿਅਕਤੀ ਹੈ ਉਹ ਕੌਣ ਸੀ। ਹੁਣ ਤੁਸੀਂ ਇੱਕ ਗੱਲ ਦਾ ਖਿਆਲ ਕਰੋ ਕਿ ਅੱਜ ਕੱਲ੍ਹ ਜਿਹੜਾ ਵੀ ਵਿਅਕਤੀ ਕੇਵਲ ਤੇ ਕੇਵਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹ UP ਦਾ ਰਹਿਣ ਵਾਲਾ ਸੀ। ਹੁਣ ਉੱਤਰ ਪ੍ਰਦੇਸ਼ ਤੋਂ ਆਇਆ ਹੋਇਆ ਵਿਅਕਤੀ ਬੇਖੌਫ ਦਰਬਾਰ ਸਾਹਿਬ ਦੇ ਅੰਦਰ ਜਾਂਦਾ ਹੈ, ਜਾ ਕੇ ਉਹ ਜਾਂਗਲੇ ਨੂੰ ਟੱਪਦਾ ਹੈ, ਟੱਪ ਕੇ ਕਿਰਪਾਨ ਉਠਾਉਂਦਾ ਹੈ। ਹੁਣ ਉਹਦੇ ਬਾਵਜੂਦ ਜਦੋਂ ਉਸ ਨੂੰ ਫੜ ਲਿਆ ਜਾਂਦਾ ਹੈ ਤੇ ਮੇਰੇ ਖਿਆਲ ਦੇ ਨਾਲ ਉਹਦੀ ਮੌਤ ਤੋਂ ਪਹਿਲਾਂ ਸਿੱਖਾਂ ਨੇ ਜਿੰਨੀ ਕੁ ਉਸ ਦੀ ਤਫਤੀਸ਼ ਕੀਤੀ ਹੋਵੇਗੀ ਉਹਦੇ ਦੌਰਾਨ ਉਸ ਦੇ ਕੋਲੋਂ ਉਹਦੀ ਸ਼ਨਾਖਤ ਦਾ ਕੋਈ ਵੀ ਸੂਤਰ ਜਿਹੜਾ ਉਹ ਬਰਾਮਦ ਨਹੀਂ ਹੁੰਦਾ। ਤਾਂ ਕੀ ਤੁਹਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਇਸ ਸਾਰੀ ਸਾਜ਼ਿਸ਼ ਦੇ ਪਿੱਛੇ ਇੱਕ ਬਹੁਤ ਮਜ਼ਬੂਤ ਤੰਤਰ ਹੈ? ਨਹੀਂ ਤੇ ਅੱਜ ਕੱਲ ਕੋਈ ਵਿਅਕਤੀ ਜਿਹੜਾ ਮੋਬਾਈਲ ਤੋਂ ਜਾਂ ਕਿਸੇ ਐਸੀ ਕਹਿ ਸਕਦੇ ਹੋ ਕਿ ਜੇਕਰ ਕਿਸੇ ਨੇ ਹੋਟਲ ਦੇ ਵਿੱਚ ਵੀ ਰੁਕਣਾ ਉਸ ਨੂੰ ਆਇਡੈਂਟੀਟੀ ਦੇ ਵਾਸਤੇ ਆਧਾਰ ਕਾਰਡ ਜਾਂ ਵੋਟਿੰਗ ਕਾਰਡ ਜਾਂ ਕੁਝ ਵੀ ਲਾਇਸੈਂਸ ਹੋਵੇ, ਚਾਹੇ ਕੋਈ ਨਾ ਕੋਈ ਉਸ ਦਾ ਸ਼ਨਾਖਤ ਦਾ ਅੰਸ਼ ਜਾਂ ਤੱਤ ਉਸ ਦੇ ਕੋਲ ਜ਼ਰੂਰ ਹੁੰਦਾ ਹੈ। ਪਰ ਇੱਕ ਵਿਅਕਤੀ ਦਾ ਇੱਕ ਦੂਜੇ ਪ੍ਰਦੇਸ਼ ਚੋਂ ਆਉਣਾ ਔਰ ਆ ਕੇ ਇੰਨੀ ਵੱਡੀ ਘਟਨਾਕ੍ਰਮ ਦੇ ਵਿੱਚ ਸ਼ਮੂਲੀਅਤ ਕਰਨੀ ਤੇ ਉਹਦੇ ਕੋਲ ਉਸ ਦੀ ਸ਼ਨਾਖਤ ਦੇ ਵਾਸਤੇ ਕੁਝ ਵੀ ਨਾ ਹੋਵੇ। ਸੋ ਇਸ ਦਾ ਮਤਲਬ ਹੈ ਕਿ ਜਿਹੜੀ ਵੀ ਧਿਰ ਇਸ ਬਹੁਤ ਵੱਡੀ ਸਾਜ਼ਿਸ਼ ਦੇ ਪਿੱਛੇ ਹੈ ਔਰ ਇਸ ਤੋਂ ਵੀ ਰਾਜਸੀ ਤੌਰ ਦੇ ਉੱਪਰ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ 7 ਸਾਲਾਂ ਤੋਂ ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਨੇ ਔਰ ਇਹਨਾਂ ਹੋਈਆਂ ਬੇਅਦਬੀਆਂ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਰਾਜਸੀ ਧਿਰਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਨੂੰ ਕੇਵਲ ਤੇ ਕੇਵਲ ਵੋਟਾਂ ਬਣਾਉਣ ਦਾ ਮੁੱਦਾ ਕਹਿ ਸਕਦੇ ਹੋ ਕਿ ਜਾਂ ਫਿਰ ਕਹਿ ਸਕਦੇ ਹੋ ਕਿ ਮਾਨਸਿਕ ਤੌਰ ਤੇ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਬਲੈਕਮੇਲ ਕੀਤਾ ਹੈ ਕਿ ਇਸ ਬੇਅਦਬੀ ਦੇ ਮੁੱਦੇ ਦੇ ਉੱਪਰ ਵੀ ਰਾਜਸੀ ਰੋਟੀਆਂ ਸੇਕਣ ਦਾ ਯਤਨ ਕੀਤਾ ਤਾਂ ਕਿਤੇ ਨਾ ਕਿਤੇ ਕਿਸੇ ਰਾਜਸੀ ਧਿਰ ਜਿਹੜੀ ਆ ਉਸ ਨੂੰ ਵੀ ਸ਼ੱਕ ਦੇ ਦਾਇਰੇ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਹੁਣ ਜਿਹੜੇ ਸਰਕਾਰੀ ਨੂੰ ਜਿਹੜੇ ਕਹਿ ਸਕਦੇ ਹੋ ਕਿ ਪੁਲਿਸ ਨੂੰ ਬਿਆਨ ਦਰਜ ਕਰਵਾਏ ਗਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਤਕਰੀਬਨ 27-28 ਸਾਲ ਤੋਂ ਉੱਥੇ ਸੇਵਾ ਕਰ ਰਹੇ ਸਰਦਾਰ ਸਾਦਾ ਸਿੰਘ ਸਨ ਆਫ ਸਰਦਾਰ ਸੁੱਚਾ ਸਿੰਘ, ਉਹਨਾਂ ਨੇ ਵੀ ਇੱਕ ਗੱਲ ਲਿਖੀ ਹੈ ਕਿ ਇਹ ਵਿਅਕਤੀ ਜਿਹੜਾ ਹੈ ਸਾਰੀ ਸੰਗਤ ਦੇ ਹੁੰਦਿਆਂ ਜਿਹੜੀ ਟੀਵੀ ਦੀ ਫੁਟੇਜ ਤੁਸੀਂ ਮੀਡੀਆ 'ਚ ਵੇਖ ਚੁੱਕੇ ਹੋ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਾਂਗਲਾ ਟੱਪ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਲਕੁਲ ਸਾਹਮਣੇ ਜਿਹੜਾ ਚਲਾ ਜਾਂਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਸ ਪੀੜੇ ਦੇ ਉੱਪਰ ਪ੍ਰਕਾਸ਼ ਹੈ ਉਹਦੇ ਰੁਮਾਲਿਆਂ ਦੇ ਉੱਪਰ ਜਾ ਕੇ ਉਸਦੇ ਜਿਹੜੇ ਪੈਰ ਜਿਹੜੇ ਨੇ ਉਹ ਟੱਚ ਕਰਦੇ ਨੇ। ਬੇਸ਼ੱਕ ਉੱਥੇ ਸੇਵਾ ਨਿਭਾ ਰਹੇ ਗਿਆਨੀ ਬਲਜੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਨੇ ਬੜੇ ਹੀ ਸੰਜਮ ਦੇ ਵਿੱਚ ਰਹਿੰਦਿਆਂ ਉੱਥੇ ਉਸ ਸਾਰੇ ਆਪਣੇ ਫਰਜ਼ ਨੂੰ ਨਿਭਾਇਆ, ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ। ਉਹਦੇ ਨਾਲ ਨਾਲ ਜਿਹੜੇ ਚੌਰ ਬਰਦਾਰ ਸਰਦਾਰ ਸਾਹਿਬ ਸਿੰਘ ਜਾਂ ਸਰਦਾਰ ਸਰਵਣ ਸਿੰਘ ਸੇਵਾਦਾਰ, ਸਰਦਾਰ ਪ੍ਰੇਮ ਸਿੰਘ, ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਮੁਸ਼ਤੈਦੀ ਵਰਤ ਕੇ
ਉਸ ਸਾਰੇ ਮੌਕੇ ਨੂੰ ਸੰਭਾਲਿਆ ਤੇ ਉਸ ਦੋਸ਼ੀ ਨੂੰ ਸੰਗਤ ਦੇ ਹਵਾਲੇ ਕੀਤਾ ਤੇ ਸੰਗਤ ਨੇ ਫਿਰ 50 ਨੰਬਰ ਕਮਰੇ ਦੇ ਵਿੱਚ ਲਿਜਾ ਕੇ ਉਸ ਦੀ ਤਫਤੀਸ਼ ਕੀਤੀ ਤੇ ਫਿਰ ਉਸ ਨੂੰ ਉਸ ਦੀ ਕੀਤੀ ਦਾ ਫਲ ਭੁਗਤਾਇਆ। ਪਰ ਇਸ ਸਾਰੇ ਵਰਤਾਰੇ ਦੇ ਵਿੱਚ ਇੱਕ ਗਹਿਰ ਚਿੰਤਨ ਕਰਨ ਦੀ ਜ਼ਰੂਰਤ ਜ਼ਰੂਰ ਹੈ ਕਿ ਇਹਨਾਂ ਸਾਰੇ ਵਰਤਾਰਿਆਂ ਦੇ ਪਿੱਛੇ ਕੌਣ ਹੈ। ਦੂਸਰੀ ਗੱਲ, ਜਿਹੜੇ ਲੋਕ ਕਹਿੰਦੇ ਨੇ ਕਿ ਉਸ ਦੀ ਤਫਤੀਸ਼ ਕੀਤੀ ਜਾਂਦੀ, ਉਹਨਾਂ ਦੇ ਸਾਹਮਣੇ ਸਵਾਲ ਇਹ ਹੈ ਕਿ ਪਹਿਲੇ ਮੈਂ 12 ਸਾਲ ਦੀ ਗੱਲ ਕਰ ਦਿੱਤੀ ਹੈ ਕਿ 12 ਸਾਲਾਂ ਦੇ ਵਿੱਚ ਜਿੰਨੀਆਂ ਵੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਇਹ ਕਹਿ ਕੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਜਾਂ ਜ਼ਮਾਨਤ ਦੇ ਉੱਪਰ ਰਿਹਾ ਕਰ ਦਿੱਤਾ ਜਾਂਦਾ ਹੈ ਕਿ ਦੋਸ਼ੀ ਮਾਨਸਿਕ ਰੋਗੀ ਸੀ। ਸੋ ਇਸ ਸਾਰੇ ਵਰਤਾਰੇ ਨੂੰ ਬਹੁਤ ਹੀ ਧਿਆਨ ਦੇ ਨਾਲ ਗਹਿਰ ਚਿੰਤਨ ਕਰਨ ਦੀ ਜਿੱਥੇ ਜ਼ਰੂਰਤ ਹੈ, ਉੱਥੇ ਨਾਲ ਹੀ ਜਦੋਂ ਹੁਣ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਮਹੀਨਿਆਂ ਨੂੰ ਚੋਣਾਂ ਦਾ ਅਖਾੜਾ ਭਖਣ ਵਾਲਾ ਹੈ, ਤਾਂ ਰਾਜਸੀ ਧਿਰਾਂ ਜਿਨ੍ਹਾਂ ਨੇ ਲਗਾਤਾਰ 7 ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮੁੱਦੇ ਦੇ ਉੱਪਰ ਰਾਜਸੀ ਰੋਟੀਆਂ ਸੇਕੀਆਂ ਨੇ, ਸਾਨੂੰ ਉਹਨਾਂ ਤੋਂ ਵੀ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ ਕਿ ਇਵੇਂ ਦੀਆਂ ਘਟਨਾਵਾਂ ਜਿਨ੍ਹਾਂ ਦੇ ਨਾਲ ਜਿਹੜਾ ਪੰਜਾਬ ਦਾ ਵੋਟ ਬੈਂਕ ਹੈ ਉਹਦਾ ਧਰੂਵੀਕਰਨ ਹੋ ਸਕੇ, ਸੋ ਇਵੇਂ ਦੀਆਂ ਘਟਨਾਵਾਂ ਹੋਰ ਵੀ ਵਾਪਰ ਸਕਦੀਆਂ ਨੇ। ਜਿਹੜੇ ਵੀ ਗੁਰੂ ਘਰ ਦੇ ਪ੍ਰਬੰਧਕ ਜਾਂ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਜਿਹੜੀਆਂ ਕਮੇਟੀਆਂ ਨੇ, ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਇੱਕ ਹੋਰ ਇਹਦੇ ਵਿੱਚ ਅਹਿਮ ਅੰਸ਼ ਹੈ ਜਿਸ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਉਸ ਅੰਸ਼ ਦਾ ਜ਼ਿਕਰ ਮੈਂ ਅਗਲੇ ਭਾਗ ਦੇ ਵਿੱਚ ਕਰਾਂਗਾ। ਫਿਲਹਾਲ ਜਿਹੜਾ ਘਟਨਾਕ੍ਰਮ ਵਾਪਰਿਆ ਉਹਦਾ ਬਹੁਦਿਸ਼ਾਵੀ ਚਿੰਤਨ ਜਿਹੜਾ ਉਹ ਤੁਹਾਡੇ ਨਾਲ ਕੀਤਾ ਸੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।